ਨੈਕਸਟ ਟੋਪਿਕ ਹੈਗਾ ਰਾਜੇ ਤੁਹਾਡਾ ਥਰਡ ਚੈਪਟਰ ਲੋਕਲ ਨੋਨ ਸਟ੍ਰਿਕਟ ਪ੍ਰੋਪਰਟੀਜ਼ ਆਫ ਸਰਫੇਸ ਕਰਵ ਔਨ ਸਰਫੇਸ। ਇਹਦੇ ਵਿੱਚ ਤੁਸੀਂ ਕੀ ਕਰਨਾ ਆ, ਪਹਿਲਾਂ ਆਪਾਂ ਫਾਰਮੂਲਾ ਆਫ ਦਾ ਕਰਵੇਚਰ ਟੂ ਨੋਰਮਲ ਸੈਕਸ਼ਨ ਕਿਹਦੇ ਉੱਪਰ ਲਗਾਉਣਾ ਆ, ਨੋਰਮਲ ਸੈਕਸ਼ਨ ਦੇ ਵਿੱਚ ਇਨ ਦਾ ਟਰਮ ਆਫ ਫੰਡਾਮੈਂਟਲ ਮੈਗਨੀਟਿਊਡ। ਸੋ ਟਰਮ ਕਿਹੜੇ ਯੂਜ਼ ਕਰੀ, ਇੱਕ ਤਾਂ ਆਪਾਂ ਕਰਵੇਚਰ ਲੱਤਾ ਐਨ ਦੇ ਲਈ, ਇਹ ਕਿਹੜੇ ਪਰ ਯੂਜ਼ ਕਰ ਰਹੇ ਹਾਂ ਅਸੀਂ, ਨੋਰਮਲ ਸੈਕਸ਼ਨ। ਲੈਟ ਕਰਵੇਚਰ ਡੋਨੇਟ ਦਾ ਨੋਰਮਲ ਸੈਕਸ਼ਨ। ਨੋਰਮਲ ਸੈਕਸ਼ਨ ਅਸੀਂ ਕਰਵੇਚਰ ਕਿੱਦਾਂ ਡੋਨੇਟ ਕਰਨਾ, ਕੇ ਐਨ ਦੇ ਨਾਲ। ਕੇ ਐਨ ਇਜ਼ ਅ ਪੋਜ਼ੀਟਿਵ ਵੈਨ ਕਰਵ ਇਜ਼ ਅ concave on the side toward which n point, ਕੋਈ ਵੀ n ਪੁਆਇੰਟ ਹੋਊਗਾ ਕਰਵ ਦੇ ਉੱਪਰ, ਉਹਦੇ ਆਲੇ ਦੁਆਲੇ ਦੋਨੇ ਸਾਈਡ ਕਿਹੜੀ ਕਰਵ ਹੋਊਗੀ, ਕਨਕੇਵ ਦੀ ਕੀ ਹੋਊਗੀ, ਪੋਜ਼ੀਟਿਵ। ਦੈਨ ਵੀ ਨੋ ਫਿਰ ਕੀ ਹੋਊਗਾ, ਹਾਂਜੀ ਡੀ ਟੀ ਓਵਰ ਡੀ ਐਸ, ਡੀ ਟੀ ਓਵਰ ਡੀ ਐਸ ਇਹ ਕਿਹਦੇ ਬਰਾਬਰ ਹੁੰਦਾ ਆ, ਆਰ ਡਬਲ ਡੈਸ਼। ਸੋ ਹੁਣ ਆਰ ਡਬਲ ਡੈਸ਼ ਆ ਤੁਹਾਡੇ ਕੋਲ, ਬਾਈ ਸਟਰੀਟ ਫਾਰਮੂਲੇ 'ਚ ਪਿੱਛੇ ਜਾਓ, ਕਿੰਨਾ ਆ ਜਾਊਗਾ ਕੇ ਐਨ, ਐਨ ਨੂੰ ਆਪਾਂ ਕਿੰਨਾ ਡੋਨੇਟ ਕਰਨਾ ਇੱਥੇ, ਕੈਪੀਟਲ ਐਨ ਦੇ ਨਾਲ। ਅਸੀਂ ਇਹਦੇ ਵਿੱਚ ਕੀ ਰਿਪਰਜੈਂਟ ਕਰ ਰਹੇ ਹਾਂ, ਕਰਵ ਨੂੰ ਐਨ ਦੇ ਨਾਲ, ਠੀਕ ਹੈ ਜੀ। ਸੋ ਨੈਕਸਟ ਦੇਅਰ ਫੋਰ ਕਹਿੰਦੇ ਇੱਥੋਂ ਕੀ ਹੋ ਜਾਊਗਾ ਕਿ ਕਰਵੇਚਰ ਜਿਹੜਾ ਲੱਤਾ ਉਹਦੀ ਵੈਲਿਊ ਕਿੰਨੀ ਹੋ ਜੂਗੀ, ਐਨ ਡੋਟ ਆਰ ਡਬਲ ਡੈਸ਼। ਇਸ ਚੀਜ਼ ਨੂੰ ਕੰਪੇਅਰ ਕਰਨਾ, ਕਿੰਨਾ ਆ ਜਾਊਗਾ ਕੇ ਐਨ ਇਜ਼ ਇਕਲਸ ਟੂ ਐਨ ਡੋਟ ਆਰ ਡਬਲ ਡੈਸ਼। ਕਿਉਂ, ਕਿਉਂਕਿ ਅਸੀਂ ਜਿਹੜੀ ਆਹ ਵਾਲੀ ਚੀਜ਼ ਆ, ਆਹ ਵਾਲੀ ਚੀਜ਼ ਇਹ ਕਿਹਦੇ ਬਰਾਬਰ ਲੈ ਕੇ ਚੱਲਣੀ ਆ, ਕਰਵੇਚਰ ਐਨ ਦੇ। ਐਨ ਨੂੰ ਕੀ ਪੁੱਟ ਕਰਤਾ, ਆਹ ਵਾਲਾ ਐਨ। ਸੋ ਕਰਵੇਚਰ ਦੀ ਵੈਲਿਊ ਕਿੰਨੀ ਹੈਗੀ ਆਰ ਡਬਲ ਡੈਸ਼। ਉਸ ਤੋਂ ਬਾਅਦ ਆਰ ਡੈਸ਼, ਆਰ ਡੈਸ਼ ਇਜ਼ ਇਕਲਸ ਟੂ ਆਰ ਵਨ ਯੂ ਡੈਸ਼ ਪਲੱਸ ਆਰ ਟੂ। ਇਹਨੂੰ ਬ੍ਰੇਕ ਕਰ ਲਿਆ, ਆਰ ਡੈਸ਼ ਦੀ ਵੈਲਿਊ ਲਿੱਤੀ ਆਪਾਂ ਨੇ, ਇੱਕ ਆਰ ਵਨ ਅਤੇ ਇੱਕ ਆਰ ਟੂ। ਅਤੇ ਆਰ ਡੈਸ਼ ਮੇਰਾ ਮਤਲਬ ਜ਼ਿਆਦਾ ਲਿਖ ਲਓ ਕਿ ਆਰ ਡੈਸ਼ ਦਾ ਤੁਸੀਂ ਡੈਰੀਵੇਟਿਵ ਜੇ ਆਪਾਂ ਇਹਨੂੰ ਬ੍ਰੇਕ ਕਰਕੇ ਕਹਿੰਦਾ ਆਰ ਵਨ ਯੂ ਡੈਸ਼ ਪਲੱਸ ਆਰ ਟੂ ਵੀ ਡੈਸ਼, ਡੈਰੀਵੇਟਿਵ ਲੈ ਕੇ ਚੱਲ ਪਏ ਇਹਦਾ। ਫਿਰ ਡੈਰੀਵੇਟਿਵ ਹੁਣ ਇਹਦਾ ਕਰੋ ਅਗੇਨ ਵਿਦ ਰਿਸਪੈਕਟ ਟੂ ਡੈਸ਼ ਦੇ ਨਾਲ, ਯੂ ਨਾਲ ਚੱਲਾਂਗੇ। ਡੈਸ਼ ਕਿਹਦੇ ਬਰਾਬਰ ਹੁੰਦਾ, ਐਸ ਦੇ। ਡੈਸ਼ ਆ ਤਾਂ ਐਸ, ਅਗਰ ਯੂ ਆ ਤਾਂ ਡੋਟ, ਹਾਂਜੀ ਡਬਲ ਡੈਰੀਵੇਟਿਵ। ਆਰ ਵਨ ਬਾਹਰ, ਯੂ ਦਾ ਡਬਲ ਡੈਰੀਵੇਟਿਵ ਹੈ ਨਾ, ਯੂ ਡਬਲ ਡੈਸ਼ ਹੋ ਜਾਣਾ ਕਿਉਂਕਿ ਵਿਦ ਰਿਸਪੈਕਟ ਟੂ ਐਸ ਹੋ ਜਾਣਾ। ਫਿਰ ਉਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਯੂ ਡੈਸ਼ ਰਹਿ ਗਿਆ, ਆਰ ਵਨ ਡੀ ਆਰ ਵਨ ਓਵਰ ਡੀ ਐਸ ਪਲੱਸ ਸੇਮ ਆਰ ਟੂ ਬਾਹਰ, ਵੀ ਦਾ ਡੈਰੀਵੇਟਿਵ ਕਰ ਦੇਣਾ, ਫਿਰ ਆਰ ਟੂ ਅੰਦਰ ਅਤੇ ਵੀ ਟੂ ਦਾ ਡੈਰੀਵੇਟਿਵ ਕਰ ਦੇਣਾ। ਉਹਦੇ ਨਾਲ ਤੁਹਾਡੇ ਕੋਲ ਆਹ ਸਟੈਪ ਬਣ ਗਿਆ। ਫਿਰ ਤੁਸੀਂ ਕੀ ਕਰਨਾ ਹੈ, ਜਿਹੜਾ ਆਰ ਹੈ ਇਹਨੂੰ ਕਰਲੀ ਦੇ ਵਿੱਚ, ਡੀ ਆਰ ਹੈ ਨਾ ਇਹਨੂੰ ਬ੍ਰੇਕ ਕਰਨਾ ਤੁਸੀਂ ਕਰਲ ਦੇ ਵਿੱਚ, ਕਰਲੀ ਆਰ ਵਨ ਓਵਰ ਯੂ, ਕਰਲੀ ਆਰ ਵਨ ਓਵਰ ਕਰਲੀ ਯੂ, ਇੱਧਰ ਕੀ ਹੈ ਨਾ ਡੀ ਯੂ ਓਵਰ ਡੀ ਐਸ, ਇੰਨਾ ਆਹ ਕੱਟ ਜਾਣਾ। ਫਿਰ ਤੁਹਾਡੇ ਕੋਲ ਕੀ ਬਚ ਜੂਗਾ, ਕਰਲੀ ਆਰ ਓਵਰ ਕਰਲੀ, ਇਹ ਚੀਜ਼ ਸਗੋਂ ਫਿਰ ਬਚ ਜੂਗੀ। ਫਿਰ ਉਸ ਤੋਂ ਬਾਅਦ ਕੀ ਕਰ ਰਹੇ ਹੋ, ਇਹਨੂੰ ਇਸੇ ਚੀਜ਼ ਨੂੰ ਪਹਿਲਾਂ ਯੂ ਦੇ ਨਾਲ ਕਰਨਾ, ਇਸੇ ਚੀਜ਼ ਨੂੰ ਵੀ ਦੇ ਨਾਲ ਕਰਨਾ। ਫਿਰ ਆਹ ਵਾਲੀ ਟਰਮ ਉਸੇ ਤਰੀਕੇ ਨਾਲ ਰਹਿ ਗਈ। ਫਿਰ ਉਸ ਤੋਂ ਬਾਅਦ ਇਸੇ ਚੀਜ਼ ਨੂੰ ਯੂ ਨਾਲ ਕਰਨਾ, ਉਸੇ ਚੀਜ਼ ਨੂੰ ਵੀ ਨਾਲ ਕਰਨਾ। ਬੀ ਡੈਸ਼ ਤੁਹਾਡੇ ਕੋਲ ਬਾਹਰ ਪਿਆ। ਦੈਨ ਨੈਕਸਟ ਫਿਰ ਤੁਸੀਂ, ਹਾਂਜੀ ਇਹਨੂੰ ਤੁਸੀਂ ਕੀ ਲਿਖ ਸਕਦੇ ਹੋ, ਆਰ ਵਨ ਵਨ ਡੈਰੀਵੇਟਿਵ ਸੈਕਿੰਡ ਟਾਈਮ ਹੋ ਰਿਹਾ ਆਰ ਵਨ ਵਨ। ਸੋ ਇੱਧਰ ਯੂ ਡੈਸ਼ ਕਿਉਂਕਿ ਵਿਦ ਰਿਸਪੈਕਟ ਟੂ ਐਸ ਆ, ਫਿਰ ਕੀ ਆਊਗਾ ਡੈਸ਼। ਇੱਧਰ ਆਰ ਵਨ ਟੂ ਅਤੇ ਵਿਦ ਰਿਸਪੈਕਟ ਟੂ ਐਸ ਹੋ ਰਿਹਾ ਤਾਂ ਵੀ ਡੈਸ਼ ਆ ਜੂਗੀ ਨਾਲ ਯੂ ਡੈਸ਼। ਇਸ ਤਰ੍ਹਾਂ ਲਿਖ ਲਿਆ ਸਾਰਾ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕੰਬਾਈਨ ਕਰ ਲਓ, ਜਿੱਦਾਂ ਯੂ ਡੈਸ਼ ਵਾਲੇ ਇਕੱਠੇ ਆਰ ਵਨ ਆਰ ਟੂ ਇਕੱਠੇ ਕਰ ਲਏ, ਆਰ ਵਨ ਵਨ ਆਰ ਵਨ ਟੂ ਇਕੱਠੇ ਕਰ ਲਏ, ਅੱਗੇ ਆਰ ਟੂ ਟੂ ਇਕੱਠੇ ਕਰ ਲਏ, ਸਾਰੀ ਚੀਜ਼ ਇਕੱਠੇ ਕਰ ਲਏ। ਨੈਕਸਟ ਸਟੈਪ ਪਰ ਚੱਲਦੇ ਹਾਂ। ਹਾਂਜੀ ਸਬਸਟੀਟਿਊਸ਼ਨ ਦਾ ਵੈਲਿਊ ਆਰ ਡਬਲ ਡੈਸ਼, ਉਸ ਤੋਂ ਬਾਅਦ ਐਨ ਡੋਟ ਆਰ ਵਨ ਵਨ। ਇਹ ਵੈਲਿਊਜ਼ ਤੁਸੀਂ ਪਿੱਛੇ ਸੈਕਿੰਡ ਚੈਪਟਰ ਦੇ ਵਿੱਚ ਸਾਰੀਆਂ ਕਰਕੇ ਆਏ ਹੋ। ਸੈਕਿੰਡ ਚੈਪਟਰ ਜਿਹੜਾ ਟੈਸਟ ਆ ਤੁਹਾਡਾ ਉਹਦੇ ਵਿੱਚ ਇਹ ਵੈਲਿਊਜ਼ ਤੁਸੀਂ ਕਰੀਆਂ, ਉਹ ਵੈਲਿਊਜ਼ ਚੱਕਣੀਆਂ ਆਪਾਂ ਨੇ। ਕੇ ਐਨ ਦੀ ਵੈਲਿਊ ਕਿੰਨੀ ਹੈ, ਐਨ ਡੋਟ ਆਰ ਡਬਲ ਡੈਸ਼, ਠੀਕ ਹੈ। ਇਫ ਤੋਂ ਕੋਈ ਫੰਡਾਮੈਂਟਲ ਥਿਊਰਮ ਆਉਂਦੀ ਹੈ ਪਿੱਛੇ, ਉੱਥੋਂ ਵੈਲਿਊ ਲੈ ਲਈ। ਇਹ ਲੈਣ ਤੋਂ ਬਾਅਦ ਇੱਥੋਂ ਕੇ ਐਨ ਦੀ ਵੈਲਿਊ ਕੱਢ ਲੈਣੀ ਹੈ ਤੁਸੀਂ, ਕੇ ਐਨ ਇਜ਼ ਇਕਲਸ ਟੂ ਇਹਦੇ ਇਕੁਅਲ ਕਰਕੇ ਇਹਦੇ ਬਰਾਬਰ ਆ ਗਿਆ। ਦੈਨ ਨੈਕਸਟ
थले डी एस स्केयर आ ਉਹਦੀ वैल्यू पुट कर देनी है यूजिंग फस्ट फंडामेंटल फॉर्म। सैकेंड चैप्टर के दो फॉर्म्स ने थोड़े को फस्ट फंडामेंटल एंड सैकेंड फंडामेंटल। ये सारे टर्म रिजल्ट कितों आया फ्रॉम फस्ट फंडामेंटल। सो इत्थे इस तरीके नाल थोड़े को की हो गया की चीज़ होगी रेडियस ऑफ नॉर्मल करव की निकलिया थोड़े को एक किहदे रेसिप्रोकल होंदा रेडियस ऑफ नॉर्मल करव दे। दिस गिव्स द करवेचर ऑफ नॉर्मल सैक्शन किहदा करवेचर आ गया थोड़े को नॉर्मल सैक्शन का तो यह किहदे रेसिप्रोकल होंदा है रेडियस ऑफ द नॉर्मल करवेचर। याद रखना थोड़े को की आ गया करवेचर ऑफ नॉर्मल सैक्शन तो यह किहदे रेसिप्रोकल होंदा है रेडियस ऑफ नॉर्मल करवेचर दे। हाँ जी नैक्सट को डेफिनेशन आती है a point P position vector r u v on the surface r u u the normal u v sorry curvature direction d v इनू किवें लिखना नॉर्मल curvature च d u पहले आप u v लिखते हुण तुसीं लिखना d u कॉमा d v पैरल साइज टू द डायरैक्शन इहदी ठीक है जी। ਇਹਦੇ ਵਿੱਚ ਹੁਣ ਧਿਆਨ ਰੱਖਣਾ ਕਿਹਦੀ ਵੈਲਿਊ ਕਰਵੇਚਰ ਆਫ ਜਿਹਦਾ ਇਹ ਨੋਰਮਲ ਸੈਕਸ਼ਨ ਦੀ ਕੇ ਐਨ ਐਨ ਡਾਟ ਆਰ ਡਬਲ ਡੈਸ਼ ਇੱਥੋਂ ਆਪਾਂ ਸਟਾਰਟ ਕਰਦੇ ਹਾਂ ਇਸ ਚੀਜ਼ ਨੂੰ। ਆ ਤੁਹਾਡੇ ਕੋਲ ਆਰ ਦੀ ਵੈਲਿਊ ਆ ਗਈ ਤੇ ਕਰਵ ਦਾ ਫਾਰਮੂਲਾ ਆ ਗਿਆ ਤੁਹਾਡੇ ਕੋਲ ਪਹਿਲਾਂ ਵੀ ਫਸਟ ਚੈਪਟਰ 'ਚ ਵੀ ਇਹੀ ਲੈ ਕੇ ਚੱਲੇ ਸੀ ਹੁਣ ਵੀ। ਸ਼ੋ ਦਾ ਡੈਫੀਨੇਸ਼ਨ ਆਫ ਨੋਰਮਲ ਕਰਵੇਚਰ ਗਿਵ ਅਬਵ ਦ ਇਕੁਇਵਲੈਂਟ ਕਹਿੰਦੇ ਸ਼ੋ ਦਾ ਡੈਫੀਨੇਸ਼ਨ ਸ਼ੋ ਕਰਨੀ ਆ ਨੋਰਮਲ ਕਰਵੇਚਰ ਦੀ ਕਿ ਵੀ ਜੋ ਆ ਚੀਜ਼ ਅਸੀਂ ਲਿਖੀ ਹੈ ਟਰੂ ਹੈ ਇਹ। ਸੋ ਆਪਾਂ ਲੈ ਕੇ ਚੱਲ ਪਏ ਇਸ ਚੀਜ਼ ਨੂੰ ਕੇ ਐਨ ਇਕੁਅਲ ਟੂ ਆਰ ਡਬਲ ਡੈਸ਼ ਕੀ ਆ ਕਰਵੇਚਰ ਵੈਕਟਰ ਆ ਤੁਹਾਡੇ ਕੋਲ। फिर के की है करवेचर सिंपल करवेचर आ पी इत्थे पी लिखता नॉर्मल सैक्शन का कोई भी आपां कोल डी यू तो डी वी की है डायरैक्शनस ने। फिर आर डबल डैश की वैल्यू अपन स्टेट फार्मूला के एन लत्ती एन नूं तुसीं कन्वर्ट करिया कैपिटल एन दे विच क्योंकि करव दा सैक्शन आ तुहाडे कोल ये एन इज इक्वल्स टू एन। ये भी तुहानूं पता कि डॉट प्रोडक्ट की हुंदा है 1 हुंदा आ। सो इत्थों पिछले उहदे करवेचर इज इक्वल्स टू आर डॉट एन डॉट आर डबल डैश ये वैल्यू कहते के एन तो दोहे करवेचर नॉर्मल सैक्शन का करवेचर तो दूजा सिंपल करवेचर दोहे की होंगे ने बराबर। हाँ जी ये पॉइंट्स तुसीं याद रखने अपने आ वाले भी आप वैल्यूज़ किवें आंदियां ये तुसीं पिछे सैकेंड चैप्टर सारा करया होगा सारा रिपीट होना इस चैप्टर दे विच। नैक्सट इंपॉर्टेंट बिन्जर्स थ्योरम ਇਹਦੇ ਵਿੱਚ ਕਹਿੰਦੇ ਕਿ ਦੋ ਕਰਵੇਚਰ ਨੇ ਕੇ ਐਂਡ ਕੇ ਐਨ ਇਹ ਆਪਾਂ ਪਹਿਲਾਂ ਕਰ ਲਏ ਕਿ ਦੋਹੇ ਬਰਾਬਰ ਹੁੰਦੇ ਨੇ। ਇੱਕ ਨਾਰਮਲ ਦਾ ਹੁੰਦਾ ਐਬਲੀਕ ਸੈਕਸ਼ਨ ਥਰੂ ਦਾ ਸੇਮ ਟੇਂਜੈਂਟ ਇੱਕੋ ਟੇਂਜੈਂਟ ਦੇ ਉੱਪਰ ਹੁੰਦੇ ਨੇ ਤੇ ਥੀਟਾ ਕੀ ਹੁੰਦਾ ਐਂਗਲ ਬਿਟਵੀਨ ਦਾ ਸੈਕਸ਼ਨ ਥੀਟਾ ਕੀ ਹੁੰਦਾ ਐਂਗਲ ਬਿਟਵੀਨ ਦਾ ਸੈਕਸ਼ਨ ਫਾਰਮੂਲਾ ਕੀ ਹੁੰਦਾ ਕੇ ਐਨ ਇਕੁਅਲ ਕਰਵੇਚਰ ਆਫ ਨਾਰਮਲ ਸੈਕਸ਼ਨ ਇਜ਼ ਇਕੁਅਲ ਟੂ ਨਾਰਮਲ ਕਰਵੇਚਰ ਇਨਟੂ cos theta. So let the section of oblique and its curvature denoted by K since the section is oblique n is not parallel to n but parallel unit r double dash curvature r double dash is equals to kn। ਇਹ ਕਿਵੇਂ ਆਇਆ ਜਿਹੜਾ ਇਹ ਡਬਲ ਓਵਰ ਆ ਨਾ ਇਹਦੇ ਇਕੁਅਲਸ ਟੂ n ਰੱਖ ਕੇ ਫਿਰ ਇਹਨੂੰ ਮਲਟੀਪਲਾਈ ਕਰਤਾ ਆਪਸ 'ਚ। हाँ जी उस तो बाद फार्मूला लत्ता तुसीं फार्मूला लेने तो बाद ये तुसीं वैल्यू पुट करनी एन डॉट आर डबल डैश की पिछे तुसीं करके आए हो वो इत्थे बाय थर्ड चैप्टर बाय सैकेंड चैप्टर तो वो चक्के ते वैल्यू पुट कर देनी है रिजल्ट नंबर 3 होगा इत्थों तुहाडे कोल आंसर आ जाना है। ये होगी ये ज़्यादातर 2 नंबर के थ्योरम इंपॉर्टेंट आ तो ये क्वेश्चनस ही लगते हैं। अनदर स्टेटमेंट्स पढ़ लो इन्हों दी बस आ वाला प्रूफ ज़्यादा इंपॉर्टेंट है बाकी नहीं आ वाला प्रूफ ज़्यादा इंपॉर्टेंट है दूजा नहीं करना है तुसी। ये आ गए दे क्वेश्चनस जिदा फर्स्ट एस्टैबलिश द फार्मूला आप को फार्मूला दिता है नॉर्मल सैक्शन का ओके जी। सो अपन इनू कितों लैके आना चीज़ प्रूव करनी है ये की है कर ली एन ओवर यू कर ली एन ओवर वी। सो एक नूं आपां N1 लै लो N2 लै लो आ चीज़ नाल रिजल्ट दिता होया तुहानूं पता N किहदे बराबर हुंदा N इज इक्वल्स टू N दे। सो N1 इज इक्वल्स टू N1 ए किहदी वैल्यू हुंदी है बाय सैकेंड चैप्टर T दी वैल्यू हुंदी है आ वाली हुंदी है तुहाडे कोल H दी वैल्यू इत्थे फिल कर दो ओके जी। आर्टिकल नंबर 9 चैप्टर नंबर 2 नैक्सट आंदा टू फाइंड द इक्वेशन ऑफ द गिविंग प्रिंसिपल
ਕੇ ਐਨ ਹੁਣ ਕਹਿੰਦੇ ਇਹ ਕੁਐਸਚਨਸ ਇੰਪੋਰਟੈਂਟ ਨੇ ਟੂ ਫਾइंड द ਇਕੁਏਸ਼ਨ ਆਫ द गिविंग ਪ੍ਰਿੰਸੀਪਲ ਕਰਵੇਚਰ। ਕੇ ਐਨ ਦੀ ਵੈਲਿਊ ਕਿ ਪਿੱਛੋਂ ਕੱਢ ਲਈ ਤੁਸੀਂ, ਉਹ ਆ ਗਈ। ਠੀਕ ਹੈ, ਉਸ ਤੋਂ ਬਾਅਦ ਕੀ ਕਰਿਆ, ਸਾਰੀ ਚੀਜ਼ ਨੂੰ ਡਿਵਾਈਡ ਬਾਈ ਕਰਤਾ ਡੀ ਵੀ, ਜਿੱਥੇ ਕਿੱਥੋਂ ਚੱਕਣਾ ਹੈ, ਜਿੱਥੇ ਦੋ ਟਰਮ ਨੇ ਉਹ ਤੋਂ ਆਪਾਂ ਨੇ ਡੀ ਬੀ ਮੂਰੇ ਡੀ ਵੀ ਹੈ ਨਾ ਵਾਲਾ ਟਰਮ, ਉਹਨੂੰ ਛੱਡ ਕੇ ਮਤਲਬ ਸੈਕਿੰਡ ਟਰਮ ਨਾਲ ਸਾਰੀ ਚੀਜ਼ ਨੂੰ ਡਿਵਾਈਡ ਕਰ ਦੇਣਾ। ਇੱਥੇ ਤੁਸੀਂ ਕਰਿਆ ਸਕੇਅਰ ਨਾਲ ਡਿਵਾਈਡ ਕਰਿਆ, ਇੱਥੇ ਵੀ ਸਕੇਅਰ ਨਾਲ, ਇੱਥੇ ਜੋ ਸਕੇਅਰ ਨਾਲ ਕਰਿਆ ਕੈਂਸਲ ਹੋ ਗਿਆ ਆਪਸ ਦੇ ਵਿੱਚ, ਆਹ ਚੀਜ਼ ਬਣ ਗਈ। ਥੱਲੇ ਕੀ ਕਰਨਾ ਹੁਣ ਆਪਾਂ ਨੇ, ਨੀਚੇ ਵਾਲੀ ਟਰਮ ਦੇ ਵਿੱਚ ਸੇਮ ਡਿਵਾਈਡ, ਇਹਨੂੰ ਵੀ ਸਾਰੀ ਨੂੰ ਡੀ ਵੀ ਦੀ ਸਕੇਅਰ ਨਾਲ ਡਿਵਾਈਡ, ਇਸ ਟਰਮ ਨੂੰ ਵੀ ਸਾਰੀ ਨੂੰ ਡੀ ਵੀ ਦੀ ਸਕੇਅਰ ਨਾਲ ਡਿਵਾਈਡ। ਫਿਰ ਉਸ ਤੋਂ ਕੀ ਬਚਣਾ, ਕੇ ਐਨ ਜੋ ਚੀਜ਼ ਤੁਹਾਡੇ ਕੋਲ ਬਚ ਗਈ ਕਰਵੇਚਰ ਵਾਲੀ, ਹੁਣ ਇਹਦੀ ਐਲ ਇਹਨੂੰ ਲੈਮਡਾ ਪੁੱਟ ਕਰਤਾ। ਠੀਕ ਹੈ ਜੀ, ਇਹਨੂੰ ਗਾਮਾ ਲੈਮਡਾ, ਇਹਨੂੰ ਵੀ ਆਪਾਂ ਇਹ ਸਕੇਅਰ ਹੋ ਗਿਆ, ਇਹਨੂੰ ਵੀ ਲੈਮਡਾ ਕਿਉਂਕਿ ਡੀ ਯੂ ਬਾਈ ਡੀ ਵੀ ਆ। ਇਹਨਾਂ ਨੂੰ ਆਪਣੇ ਪੁੱਟ ਕਰਤਾ। ਪੁੱਟ ਕਰਨ ਤੋਂ ਬਾਅਦ ਕੀ ਕਰਿਆ, ਬਾਏ ਬਟ ਪ੍ਰਿੰਸੀਪਲ ਆਫ ਕਰਵੇਚਰ ਮੈਕਸਿਮਮ ਐਂਡ ਮਿਨੀਮਮ ਵੈਲਿਊ ਆਫ ਕੇ ਐਨ, ਹੈਂਸ ਵੀ ਆਰ ਟੂ ਫਾइंड ਦੋਜ਼ ਵੈਲਿਊਜ਼ ਆਫ ਲੈਮਡਾ ਵਿਚ ਕੇ ਐਨ ਇਜ਼ ਮੈਕਸਿਮਮ ਔਰ ਮਿਨੀਮਮ ਵੈਲਿਊ। ਕਹਿੰਦੇ ਉਹ ਲੈਮਡਾ ਦੀ ਵੈਲਿਊ ਪਤਾ ਕਰਨੀ ਆ ਜਿਹੜੀ ਕਰਵੇਚਰ ਆਫ ਨੋਰਮਲ ਸੈਕਸ਼ਨ ਦੇ ਲਈ ਤੁਹਾਨੂੰ ਮੈਕਸਿਮਮ ਅਤੇ ਮਿਨੀਮਮ ਵੈਲਿਊ ਦੇਵੇ। ਸੋ ਆਪਾਂ ਨੇ ਕੀ ਕੀਤਾ, ਇੱਥੋਂ ਕੇ ਐਨ ਓਵਰ ਡੀ ਲੈਮਡਾ ਇਕੁਅਲਸ ਟੂ 0 ਪੁੱਟ ਕਰ ਲਿਆ। 0 ਪੁੱਟ ਕਰਨ ਤੋਂ ਬਾਅਦ ਡਿਫਰੈਂਸ਼ੀਏਟਿੰਗ ਫਸਟ, ਜਿਹੜੀ ਕਹਿੰਦੇ ਫਸਟ ਇਕੁਏਸ਼ਨ ਆ ਤੁਹਾਡੀ, ਇਹਨੂੰ ਡੈਰੀਵੇਟਿਵ ਕਰੋ ਵਿਦ ਰਿਸਪੈਕਟ ਟੂ ਲੈਮਡਾ ਇਕੁਏਟਿੰਗ ਟੂ 0। ਇਹਦੀ ਲੈਮਡਾ ਦਾ ਡੈਰੀਵੇਟਿਵ ਕਰੋ ਅਤੇ ਦੋਨੇ ਸਾਈਡ ਨੂੰ ਕੀ ਕਰੋ, ਇਕੁਅਲਸ ਟੂ 0 ਰੱਖ ਦਿਓ। ਹਾਂਜੀ, ਡੈਰੀਵੇਟਿਵ ਯੂ ਐਂਡ ਵੀ ਦਾ ਫਾਰਮੂਲਾ ਲਗਾ ਦਿਓ ਇਹਦੇ ਉੱਪਰ, ਪਹਿਲਾਂ ਇਹਦਾ ਡੈਰੀਵੇਟਿਵ। ਠੀਕ ਹੈ ਜੀ, ਫਿਰ ਮਾਈਨਸ ਦੂਜੀ ਟਰਮ ਦਾ ਡੈਰੀਵੇਟਿਵ ਓਵਰ ਸਕੇਅਰ, ਸਾਰਾ ਪ੍ਰੋਸੈਸ ਕਰਨ ਤੋਂ ਬਾਅਦ ਆ ਤੁਹਾਡੇ ਕੋਲ ਰਿਜ਼ਲਟ ਨਿਕਲ ਆਣਾ। ਇਹਨੂੰ ਸੋਲਵ ਕਰਕੇ ਸਿੰਪਲ ਤੁਹਾਡੇ ਕੋਲ ਆਂਸਰ ਆ ਜਾਣਾ। ਇਕੁਅਲਸ ਟੂ ਅੱਗੇ ਡਿਟਰਮੀਨੈਂਟ ਲੈ ਕੇ ਸੋਲਵ ਹੋ ਜਾਣਾ। ਸੈਕਿੰਡ ਪਾਰਟ ਇਹਦਾ ਸੇਮ ਇਹਦੇ ਵਾਂਗੂ ਹੀ ਆ। ਸਮ ਡੈਫੀਨੇਸ਼ਨਸ, ਇਹਦੇ ਵਿੱਚ ਡੈਫੀਨੇਸ਼ਨਸ ਕੀ ਆ, ਸਭ ਤੋਂ ਪਹਿਲਾਂ ਮੀਨ ਕਰਵੇਚਰ ਔਰ ਮੀਨ ਨੋਰਮਲ ਕਰਵੇਚਰ। ਦਾ ਮੀਨ ਕਨਵੇਚਰ ਮਿਊ ਕਿੰਨਾ ਆ 1 ਓਵਰ, ਇਹ ਯਾਦ ਰੱਖਣੀਆਂ ਪੈਣੀਆਂ ਤੁਹਾਨੂੰ, 1 ਓਵਰ ਕਰਵੇਚਰ ਏ ਸੈਕਸ਼ਨ ਆ, ਕਰਵੇਚਰ ਬੀ ਇਕੁਅਲਸ ਟੂ ਆ ਵਾਲੀ ਚੀਜ਼ ਸੀ। ਠੀਕ ਹੈ ਜੀ, ਅੱਗੇ ਬੀ ਲੱਤਾ ਤੁਸੀਂ ਵੀ ਇਹਦੇ ਬਰਾਬਰ ਆ, ਉਸ ਤੋਂ ਬਾਅਦ ਏ ਇਸ ਚੀਜ਼ ਦੇ ਬਰਾਬਰ, ਕਰਵੇਚਰ ਏ ਕਿਹੜੇ ਬੀ ਪਲੱਸ ਏ, ਅਤੇ ਕਰਵੇਚਰ ਬੀ ਕਿਹਦੇ ਬਰਾਬਰ ਹੋਊਗਾ ਬੀ ਮਾਈਨਸ ਏ। ਇਹ ਤੁਸੀਂ ਜੇ ਯਾਦ ਹੋਵੇ ਤੁਹਾਨੂੰ ਮੈਟ੍ਰਿਕਸ ਦੇ ਵਿੱਚ ਸਕਿਊ ਹਰਮੀਸ਼ਨ ਮੈਟ੍ਰਿਕਸ ਐਂਡ ਹਰਮੀਸ਼ਨ ਮੈਟ੍ਰਿਕਸ, ਸੌਰੀ ਸਮਿਟ੍ਰਿਕ ਸਕਿਊ ਸਮਿਟ੍ਰਿਕ ਮੈਟ੍ਰਿਕਸ ਐਂਡ ਸਮਿਟ੍ਰਿਕ ਮੈਟ੍ਰਿਕਸ, ਉਹ ਵਾਲਾ ਪ੍ਰੋਸੈਸ ਹੈ ਇਹ। ਨੈਕਸਟ ਆ ਰਿਹਾ ਤੁਹਾਡੇ ਕੋਲ ਫਸਟ ਕਰਵੇਚਰ, ਇਹਦੀ ਵੈਲਿਊ ਆ ਹੁੰਦੀ ਆ ਗੌਸੀਅਨ ਕਰਵੇਚਰ। ਇਸ ਚੀਜ਼ ਇਹਦੇ ਵਿੱਚ ਫਸਟ ਕਰਵੇਚਰ ਜੇ ਨਾਲ ਡੋਨੇਟ ਕਰਦੇ ਆ, ਗੌਸੀਅਨ ਕਰਵੇਚਰ ਕੈਪੀਟਲ ਕੇ ਨਾਲ ਡੋਨੇਟ ਕਰਦੇ ਆ, ਅਤੇ ਕੇ ਏ ਔਰ ਕੇ ਬੀ ਜਿਹੜੇ ਪਿੱਛੇ ਤੁਸੀਂ ਕੱਢ ਕੇ ਦੋਹਾਂ ਦਾ ਮਲਟੀਪਲੀਕੇਸ਼ਨ ਹੁੰਦਾ ਇਹ ਤੁਹਾਡੇ ਕੋਲ। ਇਸ ਚੀਜ਼ ਨੂੰ ਡਾਇਰੈਕਟ ਵੈਲਿਊ ਦੇ ਵਿੱਚ ਵੀ ਲਿਖਿਆ ਹੋਇਆ, ਅਤੇ ਜਾਂ ਏ ਪਲੱਸ ਬੀ ਔਰ ਏ ਮਾਈਨਸ ਬੀ ਜੋ ਤੁਸੀਂ ਕਰਦੇ ਹੋ ਉਹਦੇ ਵਿੱਚ ਵੀ ਲਿਖਿਆ ਹੋਇਆ। ਠੀਕ ਹੈ ਜੀ, ਓਕੇ, ਬਾਕੀ ਕਰਾਂਗੇ ਨੈਕਸਟ ਕਲਾਸ ਦੇ ਵਿੱਚ।